ਸੰਤਰੇ, ਨਿੰਬੂ ਅਤੇ ਅੰਗੂਰ ਸਭ ਹੀ ਖੱਟੇ ਹੁੰਦੇ ਹਨ ਅਤੇ ਇਹਨਾਂ ਨੂੰ ਸਿਟਰਿਕ ਫਲ ਕਹਿੰਦੇ ਹਨ ਕਿਉਂਕਿ ਇਹਨਾਂ ਵਿੱਚ ਤੇਜ਼ਾਬ ਹੁੰਦਾ ਹੈ। ਇਹ ਸਾਨੂੰ ਸਾਡੇ ਘਰ ਵਿੱਚ ਵੀ ਮਿਲ ਜਾਂਦੇ ਹਨ। ਉਦਾਹਰਣ ਜਿਵੇਂ ਸਿਰਕੇ ਵਿੱਚ ਐਸੀਟਿਕ ਐਸਿਡ, ਇਮਲੀ ਵਿੱਚ ਟਾਰਟਰਿਕ ਐਸਿਡ ਅਤੇ ਟਮਾਟਰ ਵਿੱਚ ਆਕਜ਼ੈਲਿਕ ਐਸਿਡ ਪਾਇਆ ਜਾਂਦਾ ਹੈ। ਕੁਝ ਪਦਾਰਥ ਹੁੰਦੇ ਹਨ ਜੋ ਇਹਨਾਂ ਦੇ ਬਿਲਕੁਲ ਉਲਟ ਹਨ। ਉਹਨਾਂ ਨੂੰ ਖਾਰ ਕਿਹਾ ਜਾਂਦਾ ਹੈ। ਅਸੀਂ ਆਪਣੇ ਘਰ ਵਿੱਚ ਸਾਬਣ, ਡਿਟਰਜੈਂਟ, ਬੇਕਿੰਗ ਸੋਡਾ ਵਰਤਦੇ ਹਾਂ। ਇਹਨਾਂ ਵਿੱਚ ਖਾਰ ਹੁੰਦਾ ਹੈ। ਅਸੀਂ ਤੇਜ਼ਾਬ ਅਤੇ ਖਾਰ ਦੀ ਪਹਿਚਾਣ 3 ਰੂਪ ਵਿੱਚ ਕਰ ਸਕਦੇ ਹਾਂ, ਜਿਵੇਂ ਲਿਟਮਸ, ਫਿਨੋਲਫਥਲੀਨ ਅਤੇ ਮਿਥਾਈਲ ਔਰੰਜ। ਜਦੋਂ ਅਸੀਂ ਨੀਲੇ ਲਿਟਮਸ ਪੇਪਰ ਨੂੰ ਤੇਜ਼ਾਬ ਵਿੱਚ ਡੁਬੋਂਦੇ ਹਾਂ ਤਾਂ ਉਸ ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਜਦੋਂ ਅਸੀਂ ਲਾਲ ਲਿਟਮਸ ਪੇਪਰ ਨੂੰ ਖਾਰ ਵਿੱਚ ਡੁਬੋਂਦੇ ਹਾਂ ਤਾਂ ਉਸ ਦਾ ਰੰਗ ਨੀਲਾ ਹੋ ਜਾਂਦਾ ਹੈ। ਜਦੋਂ ਅਸੀਂ ਫਿਨੋਲਫਥਲੀਨ ਦੀਆਂ ਕੁਝ ਬੂੰਦਾਂ ਤੇਜ਼ਾਬ ਵਿੱਚ ਪਾਉਂਦੇ ਹਾਂ ਤਾਂ ਉਹ ਰੰਗਹੀਣ ਹੋ ਜਾਂਦਾ ਹੈ ਅਤੇ ਜਦੋਂ ਫਿਨੋਲਫਥਲੀਨ ਦੀਆਂ ਕੁਝ ਬੂੰਦਾਂ ਖਾਰ ਵਿੱਚ ਪਾਉਂਦੇ ਹਾਂ ਤਾਂ ਉਸ ਦਾ ਰੰਗ ਪਿੰਕ ਹੋ ਜਾਂਦਾ ਹੈ। ਜਦੋਂ ਅਸੀਂ ਮਿਥਾਈਲ ਔਰੰਜ ਦੀਆਂ ਕੁਝ ਬੂੰਦਾਂ ਤੇਜ਼ਾਬ ਵਿੱਚ ਪਾਉਂਦੇ ਹਾਂ ਤਾਂ ਉਸ ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਜਦੋਂ ਕੁਝ ਬੂੰਦਾਂ ਖਾਰ ਵਿੱਚ ਪਾਉਂਦੇ ਹਾਂ ਤਾਂ ਉਸ ਦਾ ਰੰਗ ਪੀਲਾ ਹੋ ਜਾਂਦਾ ਹੈ। ਆਓ ਬੱਚਿਓ, ਅਸੀਂ ਇੱਕ ਕਿਰਿਆ ਵੇਖੀਏ। 5 ml ਪਤਲਾ ਸਲਫਿਊਰਿਕ ਤੇਜ਼ਾਬ ਦਾ ਘੋਲ ਇੱਕ ਪਰਖ ਨਲੀ ਵਿੱਚ ਲਵੋ ਅਤੇ ਉਸ ਵਿੱਚ ਕੁਝ ਛੋਟੇ ਟੁਕੜੇ ਜ਼ਿੰਕ ਦੇ ਪਾਓ। ਅਸੀਂ ਵੇਖਾਂਗੇ ਕਿ ਪਰਖ ਨਲੀ ਵਿੱਚੋਂ ਬੁਲਬੁਲੇ ਬਣ ਰਹੇ ਹਨ, ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਘੋਲ ਵਿੱਚ ਗੈਸ ਮੌਜੂਦ ਹੈ। ਇਸ ਗੈਸ ਨੂੰ ਡਿਲੀਵਰੀ ਟਿਊਬ ਰਾਹੀਂ ਸਾਬਣ ਦੇ ਘੋਲ ਵਿੱਚੋਂ ਲੰਘਾਓ। ਹੁਣ ਗੈਸ ਨਾਲ ਮਿਲ ਕੇ ਬਣਦੇ ਬੁਲਬੁਲਿਆਂ ਕੋਲ ਇੱਕ ਬਲਦੀ ਮਾਚਿਸ ਦੀ ਤੀਲੀ ਲਿਆਓ। ਸਾਨੂੰ ਪੌਪਿੰਗ ਸਾਊਂਡ ਸੁਣੇਗੀ ਜੋ ਹਾਈਡਰੋਜਨ ਗੈਸ ਦੀ ਮੌਜੂਦਗੀ ਦਰਸਾ ਰਹੀ ਹੈ। ਇਸ ਕਿਰਿਆ ਵਿੱਚ ਧਾਤ ਹਾਈਡਰੋਜਨ ਨੂੰ ਤੇਜ਼ਾਬ ਤੋਂ ਵਿਸਥਾਪਿਤ ਹੋਵੇਗੀ। ਪੌਪਿੰਗ ਸਾਊਂਡ ਨਾਲ ਸਿੱਧ ਕੀਤਾ। ਹਾਈਡਰੋਜਨ ਗੈਸ ਦੇ ਗੁਣ। ਇਹ ਧਾਤ ਤੇਜ਼ਾਬ ਦੇ ਬਾਕੀ ਰਹਿ ਗਏ ਹਿੱਸੇ ਨਾਲ ਕਿਰਿਆ ਕਰਕੇ ਲੂਣ ਬਣਾਉਂਦਾ ਹੈ। ਹੁਣ ਅਸੀਂ 2 ਪਰਖ ਨਲੀਆਂ ਲਵਾਂਗੇ। ਉਹਨਾਂ ਨੂੰ A ਅਤੇ B ਨਾਮ ਦੇਵਾਂਗੇ। ਟੈਸਟ ਟਿਊਬ A ਵਿੱਚ 0.5 ਗ੍ਰਾਮ ਸੋਡੀਅਮ ਕਾਰਬੋਨੇਟ ਲਵੋ ਅਤੇ ਟੈਸਟ ਟਿਊਬ B ਵਿੱਚ 0.5 ਗ੍ਰਾਮ ਸੋਡੀਅਮ ਹਾਈਡਰੋਜਨ ਕਾਰਬੋਨੇਟ ਲਵੋ। ਹੁਣ ਦੋਵਾਂ ਟੈਸਟ ਟਿਊਬਸ ਵਿੱਚ 2 ml ਪਤਲਾ ਹਾਈਡਰੋਕਲੋਰਿਕ ਤੇਜ਼ਾਬ ਪਾਓ। ਅਸੀਂ ਦੇਖਾਂਗੇ ਕਿ ਦੋਵਾਂ ਟੈਸਟ ਟਿਊਬ ਵਿੱਚੋਂ ਗੈਸਾਂ ਬਾਹਰ ਨਿਕਲ ਰਹੀਆਂ ਹਨ। ਇਹਨਾਂ ਗੈਸਾਂ ਨੂੰ ਲਾਈਮ ਵਾਟਰ ਯਾਨੀ ਕਿ ਕੈਲਸ਼ੀਅਮ ਹਾਈਡਰੋਕਸਾਈਡ ਵਿੱਚੋਂ ਡਿਲੀਵਰੀ ਟਿਊਬ ਦੀ ਮਦਦ ਨਾਲ ਲੰਘਾਓ। ਹੁਣ ਟੈਸਟ ਟਿਊਬ A ਵਿੱਚ ਹੇਠ ਲਿਖੀ ਕਿਰਿਆ ਹੋਵੇਗੀ। ਜਦ ਕਿ ਸੋਡੀਅਮ ਕਾਰਬੋਨੇਟ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਕਿਰਿਆ ਕਰਦਾ ਹੈ ਤਾਂ ਸੋਡੀਅਮ ਕਲੋਰਾਈਡ, ਪਾਣੀ ਅਤੇ ਕਾਰਬਨ ਡਾਈਆਕਸਾਈਡ ਬਣਦੇ ਹਨ ਅਤੇ ਟੈਸਟ ਟਿਊਬ B ਵਿੱਚ ਜਦੋਂ ਸੋਡੀਅਮ ਹਾਈਡਰੋਜਨ ਕਾਰਬੋਨੇਟ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਕਿਰਿਆ ਕਰਦਾ ਹੈ ਤਾਂ ਸੋਡੀਅਮ ਕਲੋਰਾਈਡ, ਪਾਣੀ ਅਤੇ ਕਾਰਬਨ ਡਾਈਆਕਸਾਈਡ ਗੈਸ ਬਣਦੇ ਹਨ। ਇਸ ਕਾਰਬਨ ਡਾਈਆਕਸਾਈਡ ਨੂੰ ਲਾਈਮ ਵਾਟਰ, ਕੈਲਸ਼ੀਅਮ ਹਾਈਡਰੋਕਸਾਈਡ ਨਾਲ ਲਗਾਉਣ ਤੇ ਚਿੱਟੇ ਰੰਗ ਦਾ ਅਵਖੇਕ ਕੈਲਸ਼ੀਅਮ ਕਾਰਬੋਨੇਟ ਅਤੇ ਪਾਣੀ ਬਣਦੇ ਹਨ। ਹੋਰ ਜ਼ਿਆਦਾ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਗੈਸ ਲਗਾਉਣ ਤੇ ਕੈਲਸ਼ੀਅਮ ਹਾਈਡਰੋਕਾਰਬੋਨੇਟ ਬਣਾਉਂਦੀ ਹੈ ਜੋ ਪਾਣੀ ਵਿੱਚ ਘੁਲਣਸ਼ੀਲ ਹੈ।
ਬੱਚਿਓ, ਅਜਿਹੀ ਰਸਾਇਣਿਕ ਕਿਰਿਆ ਜਿਸ ਵਿੱਚ ਤੇਜ਼ਾਬ ਅਤੇ ਖਾਰ ਆਪਸ ਵਿੱਚ ਮਿਲ ਕੇ ਲੂਣ ਅਤੇ ਪਾਣੀ ਬਣਾਉਂਦੇ ਹਨ, ਉਸ ਨੂੰ ਉਦਾਸੀਨੀਕਰਨ ਕਿਰਿਆ ਜਾਂ ਨਿਊਟਰਲਾਈਜੇਸ਼ਨ ਰਿਐਕਸ਼ਨ ਕਿਹਾ ਜਾਂਦਾ ਹੈ। ਬੱਚਿਓ, ਅਸੀਂ ਪੜ੍ਹਿਆ ਹੈ ਕਿ ਤੇਜ਼ਾਬ ਅਤੇ ਖਾਰ ਵੱਖ-ਵੱਖ ਰਸਾਇਣਿਕ ਕਿਰਿਆਵਾਂ ਦਰਸਾਉਂਦੇ ਹਨ। ਤਾਂ ਕੀ ਹੋਵੇਗਾ ਜਦੋਂ ਇਹਨਾਂ ਦੋਵਾਂ ਨੂੰ ਆਪਸ ਵਿੱਚ ਮਿਲਾਇਆ ਜਾਵੇ? 5 ਮਿਲੀਲੀਟਰ ਪਤਲਾ ਕੌਸਟਿਕ ਸੋਡਾ ਜਾਂ ਸੋਡੀਅਮ ਹਾਈਡਰੋਕਸਾਈਡ ਇੱਕ ਬੀਕਰ ਵਿੱਚ ਲਓ। ਇਸ ਵਿੱਚ ਕੁਝ ਬੂੰਦਾਂ ਫਿਨੋਫਥਲੀਨ ਸੂਚਕ ਦੀਆਂ ਪਾਓ ਅਤੇ ਗਲਾਸ ਰੌਡ ਦੀ ਮਦਦ ਨਾਲ ਚੰਗੀ ਤਰ੍ਹਾਂ ਹਿਲਾਓ। ਤੁਸੀਂ ਘੋਲ ਦਾ ਕਿਹੜਾ ਰੰਗ ਦੇਖਦੇ ਹੋ? ਹਾਂ, ਘੋਲ ਗੁਲਾਬੀ ਰੰਗ ਦਾ ਹੋ ਗਿਆ ਹੈ ਕਿਉਂਕਿ ਘੋਲ ਦਾ ਸੁਭਾਅ ਖਾਰੀ ਹੈ। ਹੁਣ ਇਸ ਘੋਲ ਵਿੱਚ ਡ੍ਰੌਪਰ ਦੀ ਮਦਦ ਨਾਲ ਕੁਝ ਬੂੰਦਾਂ ਪਤਲੇ ਹਾਈਡਰੋਕਲੋਰਿਕ ਐਸਿਡ ਦੀਆਂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਕੀ ਤੁਸੀਂ ਘੋਲ ਦੇ ਰੰਗ ਵਿੱਚ ਕੋਈ ਬਦਲਾਅ ਦੇਖਦੇ ਹੋ? ਅਸੀਂ ਦੇਖਦੇ ਹਾਂ ਕਿ ਘੋਲ ਦਾ ਗੁਲਾਬੀ ਰੰਗ ਕੁਝ ਹਲਕਾ ਹੋ ਗਿਆ ਹੈ। ਐਸਿਡ ਦੀਆਂ ਕੁਝ ਹੋਰ ਬੂੰਦਾਂ ਪਾ ਕੇ ਹਿਲਾਉਂਦੇ ਰਹੋ ਜਦੋਂ ਤੱਕ ਘੋਲ ਰੰਗਹੀਣ ਨਾ ਹੋ ਜਾਵੇ। ਹੁਣ ਇਸ ਰੰਗਹੀਣ ਘੋਲ ਵਿੱਚ ਇੱਕ ਬੂੰਦ ਸੋਡੀਅਮ ਹਾਈਡਰੋਕਸਾਈਡ ਦੀ ਪਾਓ ਅਤੇ ਇੱਕ ਬੂੰਦ ਹਾਈਡਰੋਕਲੋਰਿਕ ਐਸਿਡ ਦੀ ਪਾਓ। ਅਸੀਂ ਦੇਖਦੇ ਹਾਂ ਕਿ ਘੋਲ ਰੰਗਹੀਣ ਹੀ ਰਹਿੰਦਾ ਹੈ। ਇਸ ਦਾ ਮਤਲਬ ਤੇਜ਼ਾਬ ਅਤੇ ਖਾਰ ਇੱਕ ਦੂਜੇ ਦੇ ਪ੍ਰਭਾਵ ਨੂੰ ਖਤਮ ਕਰ ਦਿੰਦੇ ਹਨ, ਜਿਸ ਦੇ ਨਤੀਜੇ ਵਜੋਂ ਘੋਲ ਨਾ ਤਾਂ ਤੇਜ਼ਾਬੀ ਰਹਿੰਦਾ ਹੈ ਅਤੇ ਨਾ ਹੀ ਖਾਰੀ। ਹੁਣ ਘੋਲ ਵਿੱਚ ਸਿਰਫ ਲੂਣ ਅਤੇ ਪਾਣੀ ਰਹਿ ਜਾਂਦਾ ਹੈ। ਇਸ ਨੂੰ ਹੀ ਉਦਾਸੀਨੀਕਰਨ ਕਿਰਿਆ ਕਿਹਾ ਜਾਂਦਾ ਹੈ। ਤੇਜ਼ਾਬਾਂ ਦੀ ਧਾਤਵੀ ਆਕਸਾਈਡ ਜਾਂ ਧਾਤ ਹਾਈਡਰੋਕਸਾਈਡ ਨਾਲ ਕਿਰਿਆ। ਜਦ ਵੀ ਕੋਈ ਤੇਜ਼ਾਬ ਧਾਤਵੀ ਆਕਸਾਈਡ ਜਾਂ ਧਾਤ ਹਾਈਡਰੋਕਸਾਈਡ ਨਾਲ ਕਿਰਿਆ ਕਰਦਾ ਹੈ ਤਾਂ ਲੂਣ ਅਤੇ ਪਾਣੀ ਬਣਦਾ ਹੈ। ਜੇਕਰ ਅਸੀਂ ਹਾਈਡਰੋਕਲੋਰਿਕ ਤੇਜ਼ਾਬ ਦੀ ਧਾਤਵੀ ਆਕਸਾਈਡ ਜਾਂ ਧਾਤ ਹਾਈਡਰੋਕਸਾਈਡ ਨਾਲ ਕਿਰਿਆ ਕਰਦੇ ਹਾਂ ਤਾਂ ਕਲੋਰਾਈਡ ਲੂਣ ਅਤੇ ਪਾਣੀ ਬਣਦੇ ਹਨ। ਉਦਾਹਰਣ, ਜਦੋਂ ਅਸੀਂ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨੂੰ ਕਾਪਰ ਆਕਸਾਈਡ ਨਾਲ ਕਿਰਿਆ ਕਰਾਈਏ ਤਾਂ ਸਾਨੂੰ ਕਾਪਰ ਕਲੋਰਾਈਡ ਅਤੇ ਪਾਣੀ ਮਿਲਦਾ ਹੈ। ਜੇ ਅਸੀਂ ਕਾਪਰ ਆਕਸਾਈਡ ਨੂੰ ਪੋਟਾਸ਼ੀਅਮ ਹਾਈਡਰੋਕਸਾਈਡ ਨਾਲ ਬਦਲ ਦਈਏ ਤਾਂ ਪੋਟਾਸ਼ੀਅਮ ਕਲੋਰਾਈਡ ਅਤੇ ਪਾਣੀ ਮਿਲਦਾ ਹੈ। ਦੂਸਰੀ ਉਦਾਹਰਣ, ਜੇਕਰ ਅਸੀਂ ਹਾਈਡਰੋਕਲੋਰਿਕ ਤੇਜ਼ਾਬ ਦੀ ਜਗ੍ਹਾ ਤੇ ਪਤਲੇ ਸਲਫਿਊਰਿਕ ਤੇਜ਼ਾਬ ਦੀ ਕਾਪਰ ਆਕਸਾਈਡ ਨਾਲ ਕਿਰਿਆ ਕਰਵਾਈਏ ਤਾਂ ਸਾਨੂੰ ਕਾਪਰ ਸਲਫੇਟ ਅਤੇ ਪਾਣੀ ਪ੍ਰਾਪਤ ਹੁੰਦਾ ਹੈ। ਅਤੇ ਜੇ ਪਤਲੇ ਸਲਫਿਊਰਿਕ ਤੇਜ਼ਾਬ ਦੀ ਪੋਟਾਸ਼ੀਅਮ ਹਾਈਡਰੋਕਸਾਈਡ ਨਾਲ ਕਿਰਿਆ ਕਰਵਾਈਏ ਤਾਂ ਪੋਟਾਸ਼ੀਅਮ ਸਲਫੇਟ ਅਤੇ ਪਾਣੀ ਪ੍ਰਾਪਤ ਹੁੰਦਾ ਹੈ। ਬੱਚਿਓ, ਇਸੇ ਤਰ੍ਹਾਂ ਨਾਈਟ੍ਰਿਕ ਤੇਜ਼ਾਬ ਦੀ ਧਾਤਵੀ ਆਕਸਾਈਡ ਅਤੇ ਧਾਤ ਹਾਈਡਰੋਕਸਾਈਡ ਨਾਲ ਕਿਰਿਆ ਕਰਕੇ ਮੈਟਲ ਨਾਈਟ੍ਰਿਕ ਅਤੇ ਪਾਣੀ ਬਣਦਾ ਹੈ। ਉਦਾਹਰਣ, ਜਦੋਂ ਨਾਈਟ੍ਰਿਕ ਤੇਜ਼ਾਬ ਨੂੰ ਮੈਗਨੀਸ਼ੀਅਮ ਆਕਸਾਈਡ ਨਾਲ ਕਿਰਿਆ ਕਰਵਾਈਏ ਤਾਂ ਮੈਗਨੀਸ਼ੀਅਮ ਨਾਈਟ੍ਰਿਕ ਲੂਣ ਅਤੇ ਪਾਣੀ ਬਣਦਾ ਹੈ। ਇਸੇ ਤਰ੍ਹਾਂ ਜੇ ਅਸੀਂ ਨਾਈਟ੍ਰਿਕ ਤੇਜ਼ਾਬ ਨੂੰ ਕੈਲਸ਼ੀਅਮ ਹਾਈਡਰੋਕਸਾਈਡ ਨਾਲ ਕਿਰਿਆ ਕਰਵਾਈਏ ਤਾਂ ਕੈਲਸ਼ੀਅਮ ਨਾਈਟ੍ਰਿਕ ਲੂਣ ਅਤੇ ਪਾਣੀ ਬਣਦਾ ਹੈ। ਆਓ ਬੱਚਿਓ ਪਤਾ ਕਰੀਏ ਤੇਜ਼ਾਬ ਅਤੇ ਖਾਰਾਂ ਦੇ ਘੋਲ ਕਿੰਨੇ ਸ਼ਕਤੀਸ਼ਾਲੀ ਹੁੰਦੇ ਹਨ, ਭਾਵ pH ਵੈਲਿਊ। ਤੇਜ਼ਾਬਾਂ ਅਤੇ ਖਾਰਾਂ ਦੀ ਸ਼ਕਤੀ ਪਤਾ ਕਰਨ ਲਈ ਅਸੀਂ pH ਸਕੇਲ ਦੀ ਵਰਤੋਂ ਕਰਦੇ ਹਾਂ। ਕਿਸੇ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨਾਂ ਦੀ ਸੰਘਣਤਾ ਪਤਾ ਕਰਨ ਲਈ ਵਿਕਸਿਤ ਕੀਤੀ ਗਈ ਸਕੇਲ ਨੂੰ pH ਸਕੇਲ ਕਿਹਾ ਜਾਂਦਾ ਹੈ। pH ਸਕੇਲ ਵਿੱਚ P ਤੋਂ ਭਾਵ ਹੈ ਪੋਟੈਂਸ, ਜੋ ਕਿ ਇੱਕ ਜਰਮਨ ਸ਼ਬਦ ਹੈ ਜਿਸ ਦਾ ਭਾਵ ਹੈ ਸ਼ਕਤੀ। ਇਸ
pH ਸਕੇਲ ਤੇ ਅਸੀਂ pH ਦਾ ਮੁੱਲ 0 ਤੋਂ 14 ਤੱਕ ਮਾਪ ਸਕਦੇ ਹਾਂ। ਸਧਾਰਨ ਭਾਸ਼ਾ ਵਿੱਚ pH ਨੂੰ ਇੱਕ ਅਜਿਹੀ ਸੰਖਿਆ ਦੇ ਰੂਪ ਵਿੱਚ ਸਮਝਿਆ ਜਾਵੇ ਜੋ ਕਿਸੇ ਘੋਲ ਦੇ ਤੇਜ਼ਾਬੀਪਣ ਅਤੇ ਖਾਰੇਪਣ ਨੂੰ ਦਰਸਾਉਂਦੀ ਹੈ। ਕਿਸੇ ਵੀ ਉਦਾਸੀਨ ਘੋਲ ਦਾ pH ਮਾਨ 7 ਹੁੰਦਾ ਹੈ। ਜੇਕਰ ਕਿਸੇ ਘੋਲ ਦਾ pH ਸਕੇਲ ਤੇ ਮਾਨ 7 ਤੋਂ ਘੱਟ ਹੈ ਤਾਂ ਇਹ ਤੇਜ਼ਾਬੀ ਘੋਲ ਹੋਵੇਗਾ, ਪਰੰਤੂ ਜੇਕਰ pH ਮਾਨ 7 ਤੋਂ 14 ਵੱਲ ਵੱਧਦਾ ਹੈ ਤਾਂ ਇਹ ਘੋਲ ਵਿੱਚ OH ਨੈਗੇਟਿਵ ਦੀ ਸੰਘਣਤਾ ਦੇ ਵਾਧੇ ਨੂੰ ਦਰਸਾਉਂਦਾ ਹੈ, ਭਾਵ ਖਾਰ ਦੀ ਸ਼ਕਤੀ ਵੱਧਦੀ ਹੈ। ਤੇਜ਼ਾਬ ਅਤੇ ਖਾਰ ਦੀ ਸ਼ਕਤੀ ਉਤਪੰਨ ਕੀਤੇ ਹਾਈਡਰੋਜਨ ਅਤੇ ਹਾਈਡਰੋਕਸਾਈਡ ਆਇਨਾਂ ਦੀ ਸੰਖਿਆ ਉੱਤੇ ਨਿਰਭਰ ਕਰਦੀ ਹੈ। ਤੇਜ਼ਾਬ ਜੋ ਵਧੇਰੇ ਮਾਤਰਾ ਵਿੱਚ ਹਾਈਡਰੋਜਨ ਆਇਨ ਪੈਦਾ ਕਰਦੇ ਹਨ ਉਹ ਸ਼ਕਤੀਸ਼ਾਲੀ ਹੁੰਦੇ ਹਨ, ਅਤੇ ਉਹ ਤੇਜ਼ਾਬ ਜਿਹੜੇ ਘੱਟ ਮਾਤਰਾ ਵਿੱਚ ਹਾਈਡਰੋਜਨ ਆਇਨ ਪੈਦਾ ਕਰਦੇ ਹਨ ਉਹ ਕਮਜ਼ੋਰ ਤੇਜ਼ਾਬ ਹੁੰਦੇ ਹਨ। ਇਸੇ ਤਰ੍ਹਾਂ ਉਹ ਖਾਰ ਜੋ ਵਧੇਰੇ ਮਾਤਰਾ ਵਿੱਚ ਹਾਈਡਰੋਕਸਾਈਡ ਆਇਨ ਪੈਦਾ ਕਰਦੇ ਹਨ ਉਹ ਸ਼ਕਤੀਸ਼ਾਲੀ ਖਾਰ ਹੁੰਦੇ ਹਨ, ਅਤੇ ਉਹ ਖਾਰ ਜਿਹੜੇ ਘੱਟ ਮਾਤਰਾ ਵਿੱਚ ਹਾਈਡਰੋਕਸਾਈਡ ਆਇਨ ਪੈਦਾ ਕਰਦੇ ਹਨ ਉਹ ਕਮਜ਼ੋਰ ਖਾਰ ਹੁੰਦੇ ਹਨ। ਆਓ ਬੱਚਿਓ ਰੋਜ਼ਾਨਾ ਜੀਵਨ ਵਿੱਚ pH ਦਾ ਮਹੱਤਵ ਜਾਣੀਏ। ਸਾਡਾ ਸਰੀਰ 7.0 ਤੋਂ 7.8 pH ਦੇ ਵਿਚਕਾਰ ਕੰਮ ਕਰਦਾ ਹੈ। ਸਜੀਵ ਪ੍ਰਾਣੀ ਕੇਵਲ ਥੋੜੀ pH ਦੀ ਤਬਦੀਲੀ ਦੀ ਸੀਮਾ ਵਿੱਚ ਹੀ ਜੀਵਿਤ ਰਹਿ ਸਕਦੇ ਹਨ। ਜਦੋਂ ਵਰਖਾ ਦੇ ਪਾਣੀ ਦੀ pH ਦਾ ਮਾਨ 5.6 ਤੋਂ ਘੱਟ ਹੋ ਜਾਂਦਾ ਹੈ ਤਾਂ ਉਹ ਤੇਜ਼ਾਬੀ ਵਰਖਾ, ਜਿਸ ਨੂੰ ਕਿ ਐਸਿਡ ਰੇਨ ਕਿਹਾ ਜਾਂਦਾ ਹੈ, ਕਹਾਉਂਦੀ ਹੈ। ਜਦੋਂ ਤੇਜ਼ਾਬੀ ਵਰਖਾ ਦਾ ਪਾਣੀ ਨਦੀ ਵਿੱਚ ਜਾਂਦਾ ਹੈ ਤਾਂ ਨਦੀ ਦੇ ਪਾਣੀ ਦੀ pH ਘਟ ਜਾਂਦੀ ਹੈ। ਅਜਿਹੇ ਪਾਣੀ ਵਿੱਚ ਜਲੀ ਜੀਵ ਅਤੇ ਪ੍ਰਾਣੀਆਂ ਦਾ ਜੀਵਿਤ ਰਹਿਣਾ ਔਖਾ ਹੋ ਜਾਂਦਾ ਹੈ। ਚੰਗੇ ਵਾਧੇ ਲਈ ਪੌਦਿਆਂ ਨੂੰ ਇੱਕ ਵਿਸ਼ੇਸ਼ pH ਸੀਮਾ ਦੀ ਜ਼ਰੂਰਤ ਹੁੰਦੀ ਹੈ। ਇਹ ਬੜੀ ਦਿਲਚਸਪੀ ਵਾਲੀ ਗੱਲ ਹੈ ਕਿ ਸਾਡਾ ਮੈਦਾ ਹਾਈਡਰੋਕਲੋਰਿਕ ਐਸਿਡ ਪੈਦਾ ਕਰਦਾ ਹੈ। ਇਹ ਮੈਦੇ ਨੂੰ ਹਾਨੀ ਕੀਤੇ ਬਿਨਾ ਭੋਜਨ ਦੇ ਪਾਚਨ ਵਿੱਚ ਸਹਾਇਕ ਹੁੰਦਾ ਹੈ। ਬਦਹਜ਼ਮੀ ਦੀ ਸਥਿਤੀ ਵਿੱਚ ਮੈਦਾ ਵਧੇਰੇ ਮਾਤਰਾ ਵਿੱਚ ਤੇਜ਼ਾਬ ਪੈਦਾ ਕਰਦਾ ਹੈ, ਜਿਸ ਕਾਰਨ ਮੈਦੇ ਵਿੱਚ ਦਰਦ ਅਤੇ ਜਲਣ ਅਨੁਭਵ ਹੁੰਦੀ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਐਂਟੀਐਸਿਡ ਜਿਵੇਂ ਕਿ ਖਾਰਾਂ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਐਂਟੀਐਸਿਡ ਤੇਜ਼ਾਬ ਦੀ ਵੱਧ ਮਾਤਰਾ ਨੂੰ ਉਦਾਸੀਨ ਕਰ ਦਿੰਦੇ ਹਨ। ਇਸ ਮੰਤਵ ਲਈ ਮੈਗਨੀਸ਼ੀਅਮ ਹਾਈਡਰੋਕਸਾਈਡ ਜਿਹੇ ਕਮਜ਼ੋਰ ਖਾਰ ਦਾ ਉਪਯੋਗ ਕੀਤਾ ਜਾਂਦਾ ਹੈ। ਮੂੰਹ ਵਿੱਚ pH ਦਾ ਮਾਨ 5.5 ਤੋਂ ਘੱਟ ਹੋਣ ਤੇ ਦੰਦਾਂ ਦਾ ਖੋਰ ਆਰੰਭ ਹੋ ਜਾਂਦਾ ਹੈ। ਦੰਦਾਂ ਦਾ ਐਨੇਮਲ, ਜੋ ਕਿ ਸਰੀਰ ਦੀ ਸਭ ਤੋਂ ਕਠੋਰ ਵਸਤੂ ਹੈ, ਕੈਲਸ਼ੀਅਮ ਫਾਸਫੇਟ ਦਾ ਬਣਿਆ ਹੁੰਦਾ ਹੈ। ਇਹ ਪਾਣੀ ਵਿੱਚ ਨਹੀਂ ਘੁਲਦਾ, ਪਰ ਜਦੋਂ ਮੂੰਹ ਦੀ pH ਦਾ ਮਾਨ 5.5 ਤੋਂ ਘੱਟ ਹੋ ਜਾਂਦਾ ਹੈ ਤਾਂ ਇਸ ਦਾ ਖੋਰ ਹੋ ਜਾਂਦਾ ਹੈ। ਮੂੰਹ ਵਿੱਚ ਮੌਜੂਦ ਬੈਕਟੀਰੀਆ ਭੋਜਨ ਖਾਣ ਪਿੱਛੋਂ ਮੂੰਹ ਵਿੱਚ ਰਹੀ ਖੰਡ ਅਤੇ ਭੋਜਨ ਦੇ ਕਣਾਂ ਦਾ ਨਿਮਨੀਕਰਨ ਕਰਕੇ ਤੇਜ਼ਾਬ ਪੈਦਾ ਕਰਦੇ ਹਨ। ਦੰਦਾਂ ਦੇ ਖੋਰ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ ਇਹ ਹੈ ਕਿ ਭੋਜਨ ਖਾਣ ਪਿੱਛੋਂ ਮੂੰਹ ਨੂੰ ਪੂਰਨ ਤੌਰ ਤੇ ਸਾਫ਼ ਕਰ ਲਿਆ ਜਾਵੇ। ਮੂੰਹ ਦੇ ਦੰਦਾਂ ਦੀ ਸਫਾਈ ਲਈ ਟੂਥਪੇਸਟ, ਜੋ ਕਿ ਆਮ ਕਰਕੇ ਖਾਰੀ ਹੁੰਦੇ ਹਨ, ਵਰਤੇ ਜਾਂਦੇ ਹਨ। ਇਹ ਤੇਜ਼ਾਬ ਦੀ ਵੱਧ ਮਾਤਰਾ ਨੂੰ ਉਦਾਸੀਨ ਕਰ ਦਿੰਦੇ ਹਨ ਅਤੇ ਦੰਦਾਂ ਦੀ ਖੋਰ ਰੁਕ ਜਾਂਦੀ ਹੈ। ਸਧਾਰਨ ਲੂਣ ਸਾਡੇ ਰੋਜ਼ਾਨਾ ਵਰਤੋਂ ਵਾਲੇ ਕਈ ਪਦਾਰਥਾਂ
ਜਿਵੇਂ ਕਿ ਕਾਸਟਿਕ ਸੋਡਾ, ਮਿੱਠਾ ਸੋਡਾ, ਵਾਸ਼ਿੰਗ ਸੋਡਾ, ਰੰਗ ਘਾਟ ਆਦਿ ਲਈ ਇੱਕ ਮਹੱਤਵਪੂਰਨ ਕੱਚਾ ਪਦਾਰਥ ਹੈ। ਆਓ ਦੇਖੀਏ ਕਿ ਕਿਵੇਂ ਇੱਕ ਵਸਤੂ ਦੀ ਵਰਤੋਂ ਵੱਖ-ਵੱਖ ਵਸਤੂਆਂ ਬਣਾਉਣ ਲਈ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਇਹ ਰਿਐਕਸ਼ਨ ਦੇਖਿਓ। ਸੋਡੀਅਮ ਕਲੋਰਾਈਡ ਸਧਾਰਨ ਲੂਣ ਹੀ ਹੈ ਜੋ ਅਸੀਂ ਭੋਜਨ ਬਣਾਉਣ ਲਈ ਵਰਤਦੇ ਹਾਂ। ਇਹ ਉਦਾਸੀਨ ਲੂਣ ਹੈ। ਇਸ ਦਾ pH ਵੈਲਿਊ 7 ਦੇ ਨੇੜੇ ਹੈ। ਇਹ ਲੂਣ ਖਾਣ ਵਾਲੀਆਂ ਚੀਜ਼ਾਂ ਨੂੰ ਜ਼ਿਆਦਾ ਲੰਬੇ ਸਮੇਂ ਤੱਕ ਰੱਖਣ ਲਈ ਵਰਤਿਆ ਜਾਂਦਾ ਹੈ। ਸਧਾਰਨ ਲੂਣ ਸਿਰਫ ਭੋਜਨ ਵਿੱਚ ਹੀ ਨਹੀਂ ਵਰਤਿਆ ਜਾਂਦਾ, ਪਰ ਕਈ ਤਰ੍ਹਾਂ ਦੇ ਕੈਮੀਕਲ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਸੋਡੀਅਮ ਕਲੋਰਾਈਡ ਨੂੰ ਸੋਡੀਅਮ ਹਾਈਡਰੋਕਸਾਈਡ ਬਣਾਉਣ ਲਈ ਵਰਤਿਆ ਜਾਂਦਾ ਹੈ, ਜਿਸ ਨੂੰ ਕਾਸਟਿਕ ਸੋਡਾ ਵੀ ਕਹਿੰਦੇ ਹਾਂ। ਜਦੋਂ ਸੋਡੀਅਮ ਕਲੋਰਾਈਡ ਦੇ ਜਲੀ ਘੋਲ ਵਿੱਚੋਂ ਬਿਜਲੀ ਲੰਘਾਈ ਜਾਂਦੀ ਹੈ ਤਾਂ ਇਹ ਅਪਘਟਿਤ ਹੋ ਕੇ ਸੋਡੀਅਮ ਹਾਈਡਰੋਕਸਾਈਡ ਪੈਦਾ ਕਰਦਾ ਹੈ। ਇਸ ਅਪਘਟਨ ਪ੍ਰਕਿਰਿਆ ਵਿੱਚ ਕਲੋਰੀਨ ਗੈਸ ਐਨੋਡ ਤੋਂ ਮੁਕਤ ਹੁੰਦੀ ਹੈ ਅਤੇ ਹਾਈਡਰੋਜਨ ਗੈਸ ਕੈਥੋਡ ਤੇ। ਇਸੇ ਕਰਕੇ ਹੀ ਇਸ ਨੂੰ ਕਲੋਰ ਐਲਕਲੀ ਪ੍ਰਕਿਰਿਆ ਕਹਿੰਦੇ ਹਨ। ਕੈਥੋਡ ਕੋਲ ਹੀ ਸੋਡੀਅਮ ਕਲੋਰਾਈਡ ਪੈਦਾ ਹੁੰਦਾ ਹੈ। ਇਸ ਪ੍ਰਕਿਰਿਆ ਦਾ ਵਧੀਆ ਭਾਗ ਇਹ ਹੈ ਕਿ ਇਸ ਵਿੱਚ ਪੈਦਾ 3 ਉਤਪਾਦ ਉਪਯੋਗੀ ਹਨ: ਹਾਈਡਰੋਜਨ, ਬਾਲਣ, ਖਾਦ ਲਈ ਅਮੋਨੀਆ ਅਤੇ ਵੈਲਡਿੰਗ ਆਦਿ ਲਈ ਵਰਤੀ ਜਾਂਦੀ ਹੈ। ਖਾਣ ਵਾਲੇ ਤੇਲਾਂ ਨੂੰ ਵੀ ਹਾਈਡਰੋਜਨੇਟਡ ਕਰਨ ਲਈ ਅਤੇ ਨਿਕਲ ਦੀ ਮੌਜੂਦਗੀ ਤੇ ਹਾਈਡਰੋਜਨ ਗੈਸ ਲੰਘਾਈ ਜਾਂਦੀ ਹੈ। ਇਸ ਤਰ੍ਹਾਂ ਕਲੋਰੀਨ ਵੀ ਬਹੁਤ ਉਪਯੋਗੀ ਹੈ। ਇਹ ਰੋਗਾਣੂਨਾਸ਼ਕ ਹੈ, ਇਸ ਲਈ ਇਸ ਦੀ ਵਰਤੋਂ ਪਾਣੀ ਦੀ ਸਵੱਛਤਾ ਅਤੇ ਸਵਿਮਿੰਗ ਪੂਲ ਆਦਿ ਵਿੱਚ ਕੀਤੀ ਜਾਂਦੀ ਹੈ। ਕਲੋਰੀਨ ਗੈਸ ਦਾ ਉਪਯੋਗ ਰੰਗ ਕਾਟ ਪਾਊਡਰ ਦੇ ਨਿਰਮਾਣ ਲਈ ਕੀਤਾ ਜਾਂਦਾ ਹੈ। ਖੁਸ਼ਕ ਬੁਝੇ ਹੋਏ ਚੂਨੇ ਉੱਤੇ ਕਲੋਰੀਨ ਦੀ ਕਿਰਿਆ ਦੁਆਰਾ ਰੰਗ ਕਾਟ ਪਾਊਡਰ ਦਾ ਉਤਪਾਦਨ ਹੁੰਦਾ ਹੈ। ਬੱਚਿਓ, ਇਹ ਰੰਗ ਕਾਟ ਪਾਊਡਰ ਬਹੁਤ ਉਪਯੋਗੀ ਹੈ। ਇਸ ਦਾ ਉਪਯੋਗ ਪੀਣ ਵਾਲੇ ਪਾਣੀ ਨੂੰ ਜੀਵਾਣੂ ਰਹਿਤ ਕਰਨ ਲਈ ਇੱਕ ਰੋਗਾਣੂਨਾਸ਼ਕ ਵਜੋਂ ਕੀਤਾ ਜਾਂਦਾ ਹੈ। ਕਈ ਰਸਾਇਣਿਕ ਉਦਯੋਗਾਂ ਵਿੱਚ ਆਕਸੀਕਾਰਕ ਵਜੋਂ ਵਰਤਿਆ ਜਾਂਦਾ ਹੈ। ਕੱਪੜਾ ਉਦਯੋਗ ਵਿੱਚ ਸੂਤੀ ਅਤੇ ਲਿਨਨ ਦਾ ਰੰਗ ਉਡਾਉਣ ਲਈ, ਕਾਗਜ਼ ਦੀਆਂ ਫੈਕਟਰੀਆਂ ਵਿੱਚ ਲੱਕੜੀ ਦੀ ਲੇਟੀ ਦੇ ਗੁੱਦੇ ਦਾ ਰੰਗ ਉਡਾਉਣ ਲਈ ਵੀ ਰੰਗ ਕਾਟ ਪਾਊਡਰ ਬਹੁਤ ਉਪਯੋਗੀ ਹੈ। ਆਓ ਬੱਚਿਓ ਪਤਾ ਕਰੀਏ ਕਿ ਲੂਣਾਂ ਦੇ ਕ੍ਰਿਸਟਲ ਅਸਲ ਵਿੱਚ ਸੁੱਕੇ ਹੁੰਦੇ ਹਨ। ਇਸ ਲਈ ਇੱਕ ਕਿਰਿਆ ਕਰਦੇ ਹਾਂ। ਕਾਪਰ ਸਲਫੇਟ ਦੇ ਕੁਝ ਕ੍ਰਿਸਟਲਸ ਨੂੰ ਸੁੱਕੀ ਉਬਲਣ ਪਰਖ ਨਲੀ ਵਿੱਚ ਗਰਮ ਕਰੋ। ਕਾਪਰ ਸਲਫੇਟ ਦਾ ਰੰਗ ਨੀਲਾ ਹੁੰਦਾ ਹੈ, ਪਰੰਤੂ ਗਰਮ ਕਰਨ ਉਪਰੰਤ ਇਸ ਦਾ ਰੰਗ ਸਫੇਦ ਹੋ ਗਿਆ। ਬੱਚਿਓ, ਕੀ ਤੁਹਾਨੂੰ ਉਬਲਣ ਨਲੀ ਵਿੱਚ ਪਾਣੀ ਦੀਆਂ ਬੂੰਦਾਂ ਦਿਖਾਈ ਦਿੰਦੀਆਂ ਹਨ? ਜੀ ਹਾਂ, ਪਰ ਇਹ ਬੂੰਦਾਂ ਕਿੱਥੋਂ ਪ੍ਰਾਪਤ ਹੋਈਆਂ? ਗਰਮ ਕਰਨ ਪਿੱਛੋਂ ਕਾਪਰ ਸਲਫੇਟ ਉੱਤੇ 2-3 ਬੂੰਦਾਂ ਪਾਣੀ ਦੀਆਂ ਪਾਓ। ਤੁਸੀਂ ਵੇਖਦੇ ਹੋ ਕਿ ਕਾਪਰ ਸਲਫੇਟ ਦਾ ਰੰਗ ਵਾਪਸ ਨੀਲਾ ਹੋ ਗਿਆ। ਲੂਣ ਦੇ ਇੱਕ ਫਾਰਮੂਲਾ ਇਕਾਈ ਵਿੱਚ ਪਾਣੀ ਦੇ ਨਿਸ਼ਚਿਤ ਅਣੂਆਂ ਦੀ ਸੰਖਿਆ ਨੂੰ ਕ੍ਰਿਸਟਲੀ ਜਲ ਆਖਦੇ ਹਨ। ਕਾਪਰ ਸਲਫੇਟ ਦੇ ਇੱਕ ਸੂਤਰ ਇਕਾਈ ਵਿੱਚ ਪਾਣੀ ਦੇ 5 ਅਣੂ ਮੌਜੂਦ ਹੁੰਦੇ ਹਨ। ਜਲੀ ਕਾਪਰ ਸਲਫੇਟ ਦਾ ਸੂਤਰ CuSO4 5H2 ਹੈ।
ਜਿਪਸਮ ਇੱਕ ਹੋਰ ਲੂਣ ਹੈ ਜਿਸ ਵਿੱਚ ਕ੍ਰਿਸਟਲੀ ਜਲ ਹੁੰਦਾ ਹੈ। ਇਸ ਵਿੱਚ ਕ੍ਰਿਸਟਲੀ ਜਲ ਦੇ 2 ਅਣੂ ਹੁੰਦੇ ਹਨ। ਇਸ ਦਾ ਸੂਤਰ CaSO4 2H2O ਹੈ। ਪਲਾਸਟਰ ਆਫ ਪੈਰਿਸ। ਜਿਪਸਮ ਨੂੰ 373 ਕੈਲਵਿਨ ਤੇ ਗਰਮ ਕਰਨ ਨਾਲ ਇਹ ਅੰਸ਼ਕ ਰੂਪ ਵਿੱਚ ਕ੍ਰਿਸਟਲੀ ਜਲ ਖੋ ਕੇ ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਇਸ ਨੂੰ ਪਲਾਸਟਰ ਆਫ ਪੈਰਿਸ ਆਖਦੇ ਹਨ। ਡਾਕਟਰ ਇਸ ਦੀ ਵਰਤੋਂ ਟੁੱਟੀਆਂ ਹੱਡੀਆਂ ਨੂੰ ਸਹੀ ਥਾਂ ਤੇ ਸਥਿਰ ਰੱਖਣ ਲਈ ਪਲਾਸਟਰ ਵਜੋਂ ਕਰਦੇ ਹਨ। ਪਲਾਸਟਰ ਆਫ ਪੈਰਿਸ ਇੱਕ ਚਿੱਟਾ ਪਾਊਡਰ ਹੈ ਜੋ ਪਾਣੀ ਦੀ ਉਪਯੁਕਤ ਮਾਤਰਾ ਵਿੱਚ ਮਿਲਾਉਣ ਉਪਰੰਤ ਮੁੜ ਜਿਪਸਮ ਵਿੱਚ ਬਦਲ ਕੇ ਸਖਤ ਪਦਾਰਥ ਪ੍ਰਦਾਨ ਕਰਦਾ ਹੈ। ਪਲਾਸਟਰ ਆਫ ਪੈਰਿਸ ਦੀ ਵਰਤੋਂ ਖਿਡੌਣੇ ਬਣਾਉਣ, ਸਜਾਵਟੀ ਸਮਾਨ ਤਿਆਰ ਕਰਨ ਅਤੇ ਸਤ੍ਹਾ ਨੂੰ ਪੱਧਰਾ ਬਣਾਉਣ ਲਈ ਕੀਤੀ ਜਾਂਦੀ ਹੈ।